ਹੈਲੋ ਦੋਸਤੋ, ਵੈਲਕਮ ਟੂ ਡਿਜੀਟਲ ਸਟੱਡੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਇੰਡੀਅਨ ਪੋਲਿਟੀ ਦੀ ਸੀਰੀਜ਼ ਨੂੰ ਸ਼ੁਰੂ ਕੀਤਾ ਹੋਇਆ। ਉਸ ਦੇ ਵਿੱਚ ਇਹ ਪਾਰਟ 4th ਹੈ, ਜਿਸ ਦੇ ਵਿੱਚ ਆਪਾਂ ਇੰਡੀਅਨ ਕਨਸਟੀਟਿਊਸ਼ਨ ਦੇ ਜੋ ਫੀਚਰਸ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ 3 ਪਾਰਟ ਆਪਾਂ ਡਿਸਕਸ ਕਰ ਚੁੱਕੇ ਹਾਂ। ਜੇ ਤੁਸੀਂ ਉਹ ਪਾਰਟ ਨਹੀਂ ਦੇਖੇ ਤਾਂ ਉਸਦਾ ਲਿੰਕ ਪ੍ਰੋਵਾਈਡ ਕਰ ਦਿੱਤਾ ਗਿਆ, ਤੁਸੀਂ ਉੱਥੇ ਜਾ ਕੇ ਉਹ ਪਾਰਟ ਵੀ ਦੇਖ ਸਕਦੇ ਹੋ। ਤਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਜੇ ਗੱਲ ਕੀਤੀ ਹੈ ਫੀਚਰਸ ਦੀ, ਤਾਂ ਇੰਡੀਆ ਦੇ ਕਨਸਟੀਟਿਊਸ਼ਨ ਦਾ ਜੋ ਫਸਟ ਫੀਚਰ ਹੈ ਉਹ ਹੈਗਾ ਲੈਂਥੀਐਸਟ ਰਿਟਨ ਕਨਸਟੀਟਿਊਸ਼ਨ। ਜੋ ਇੰਡੀਆ ਦਾ ਕਨਸਟੀਟਿਊਸ਼ਨ ਹੈ ਉਹ ਵਰਲਡ ਦਾ ਸਭ ਤੋਂ ਵੱਡਾ ਰਿਟਨ ਕਨਸਟੀਟਿਊਸ਼ਨ ਹੈ। ਇਸ ਤੋਂ ਵੱਡਾ ਵਰਲਡ ਦੇ ਵਿੱਚ ਕੋਈ ਵੀ ਕਨਸਟੀਟਿਊਸ਼ਨ ਨਹੀਂ ਹੈਗਾ। ਤੇ ਜੋ ਵਰਲਡ ਦਾ ਫਸਟ ਕਨਸਟੀਟਿਊਸ਼ਨ ਬਣਾਇਆ ਗਿਆ ਸੀ ਉਹ ਬਣਾਇਆ ਗਿਆ ਸੀ USA ਦੇ ਦੁਆਰਾ, ਜੋ ਕਿ ਰਿਟਨ ਸੀਗਾ। ਤੇ ਜੇ ਗੱਲ ਕੀਤੀ ਜਾਵੇ ਅਨਰਿਟਨ ਦੀ, ਤਾਂ ਉਹ ਬਣਾਇਆ ਗਿਆ ਸੀ ਬ੍ਰਿਟੇਨ ਦੇ ਦੁਆਰਾ। ਤੇ ਜੋ ਇੰਡੀਆ ਦਾ ਓਰੀਜਨਲੀ ਕਨਸਟੀਟਿਊਸ਼ਨ ਸੀਗਾ ਉਸ ਦੇ ਵਿੱਚ 395 ਆਰਟੀਕਲ ਸੀਗੇ, ਜੋ ਕਿ ਹੁਣ ਅਮੈਂਡਡ ਹੋ ਕੇ 468 ਪਲੱਸ ਹੋ ਚੁੱਕੇ ਨੇ। ਜੋ ਸ਼ਡਿਊਲ ਸੀਗੇ ਉਹ ਸੀਗੇ 8, ਜੋ ਕਿ ਹੁਣ 12 ਹੋ ਚੁੱਕੇ ਨੇ। ਜੋ ਪਾਰਟ ਸੀਗੇ ਉਹ ਸੀਗੇ 22, ਜੋ ਕਿ ਹੁਣ 25 ਹੋ ਚੁੱਕੇ ਨੇ। ਤੇ ਜੋ ਇੰਡੀਆ ਦਾ ਕਨਸਟੀਟਿਊਸ਼ਨ ਹੈ ਉਹ ਰਿਗਿਡ ਵੀ ਹੈ ਤੇ ਫਲੈਕਸੀਬਲ ਵੀ ਹੈ, ਕਿਉਂਕਿ ਇੰਡੀਆ ਦੇ ਕਨਸਟੀਟਿਊਸ਼ਨ ਦੇ ਵਿੱਚ ਕੁਝ ਪ੍ਰੋਵੀਜ਼ਨਸ ਅਜਿਹੀਆਂ ਰੱਖੀਆਂ ਗਈਆਂ ਨੇ ਜਿਨ੍ਹਾਂ ਨੂੰ ਅਮੈਂਡਡ ਕਰਨ ਦੇ ਲਈ ਸਪੈਸ਼ਲ ਪ੍ਰੋਸੀਜਰ ਦੀ ਲੋੜ ਹੁੰਦੀ ਹੈ। ਤੇ ਕੁਝ ਪ੍ਰੋਵੀਜ਼ਨਸ ਅਜਿਹੀਆਂ ਰੱਖੀਆਂ ਗਈਆਂ ਨੇ ਜਿਨ੍ਹਾਂ ਨੂੰ ਅਮੈਂਡਡ ਕਰਨ ਦੇ ਲਈ ਕੋਈ ਸਪੈਸ਼ਲ ਪ੍ਰੋਸੀਜਰ ਦੀ ਲੋੜ ਨਹੀਂ ਹੁੰਦੀ। ਉਹਨਾਂ ਨੂੰ ਇੱਕ ਆਰਡੀਨਰੀ ਪ੍ਰੋਸੀਜਰ ਦੇ ਦੁਆਰਾ ਹੀ ਅਮੈਂਡਡ ਕੀਤਾ ਜਾ ਸਕਦਾ ਹੈ। ਤੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਆਰਟੀਕਲ 368 ਦੀ, ਤਾਂ ਇਹ ਇੰਡੀਆ ਦੇ ਕਨਸਟੀਟਿਊਸ਼ਨ ਦਾ ਇੱਕ ਮੋਸਟ ਇੰਪੋਰਟੈਂਟ ਆਰਟੀਕਲ ਹੈ, ਕਿਉਂਕਿ ਇਹ ਡੀਲ ਕਰਦਾ ਹੈ ਅਮੈਂਡਮੈਂਟ ਦੇ ਨਾਲ। ਤੇ ਇਸ ਦੇ ਅੰਡਰ 2 ਟਾਈਪ ਦੀ ਅਮੈਂਡਮੈਂਟ ਨੂੰ ਕਵਰ ਕੀਤਾ ਜਾਂਦਾ ਹੈ। ਜੋ ਫਸਟ ਟਾਈਪ ਦੀ ਅਮੈਂਡਮੈਂਟ ਹੁੰਦੀ ਹੈ ਉਸ ਦੇ ਵਿੱਚ ਅਜਿਹੀਆਂ ਪ੍ਰੋਵੀਜ਼ਨਸ ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਨੂੰ ਅਮੈਂਡਡ ਕੀਤਾ ਜਾਂਦਾ ਹੈ ਬਾਏ ਦਾ ਸਪੈਸ਼ਲ ਮੈਜੋਰਟੀ ਦੇ ਦੁਆਰਾ ਪਾਰਲੀਮੈਂਟ ਦੇ ਵਿੱਚੋਂ। ਪਾਰਲੀਮੈਂਟ ਦੇ ਵਿੱਚੋਂ ਸਪੈਸ਼ਲ ਮੈਜੋਰਟੀ ਲੈਣੀ ਹੁੰਦੀ ਹੈ ਇਹਨਾਂ ਨੂੰ ਅਮੈਂਡਡ ਕਰਨ ਦੇ ਲਈ। ਤੇ ਇਹ ਸਪੈਸ਼ਲ ਮੈਜੋਰਟੀ ਦਾ ਮਤਲਬ ਹੁੰਦਾ ਜਿੰਨੇ ਵੀ ਮੈਂਬਰ ਈਚ ਹਾਊਸ ਦੇ ਪ੍ਰੈਜ਼ੈਂਟ ਨੇ ਉਹਨਾਂ ਦੀ ਵੋਟਿੰਗ ਕਰਾ ਕੇ ਉਹਨਾਂ ਵਿੱਚੋਂ 2/3 ਦੀ ਮੈਜੋਰਟੀ ਲਈ ਜਾਂਦੀ ਹੈ, ਉਸ ਨੂੰ ਸਪੈਸ਼ਲ ਮੈਜੋਰਟੀ ਕਿਹਾ ਜਾਂਦਾ ਹੈ। ਤੇ ਜੋ ਸੈਕਿੰਡ ਟਾਈਪ ਦੀ ਅਮੈਂਡਮੈਂਟ ਹੁੰਦੀ ਹੈ ਉਸ ਦੇ ਵਿੱਚ ਅਜਿਹੀਆਂ ਪ੍ਰੋਵੀਜ਼ਨਸ ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਨੂੰ ਅਮੈਂਡਡ ਕਰਨ ਦੇ ਲਈ ਸਪੈਸ਼ਲ ਮੈਜੋਰਟੀ ਦੀ ਤਾਂ ਲੋੜ ਹੁੰਦੀ ਹੈ। ਤੇ ਇਸ ਦੇ ਨਾਲ ਹੀ ਹਾਫ ਆਫ ਦਾ ਟੋਟਲ ਸਟੇਟ ਦੀ ਰੈਕਟੀਫਿਕੇਸ਼ਨ ਦੀ ਲੋੜ ਹੁੰਦੀ ਹੈ। ਜਿੰਨੇ ਵੀ ਇੰਡੀਆ ਦੇ ਸਟੇਟ ਨੇ ਉਹਨਾਂ ਦੇ ਵਿੱਚੋਂ ਹਾਫ ਸਟੇਟ ਦੀ ਰੈਕਟੀਫਿਕੇਸ਼ਨ ਦੀ ਇਸ ਦੇ ਨਾਲ ਲੋੜ ਪੈਂਦੀ ਹੈ। ਇਸ ਤੋਂ ਇਲਾਵਾ ਇੰਡੀਆ ਦੇ ਕਨਸਟੀਟਿਊਸ਼ਨ ਦੇ ਵਿੱਚ ਕੁਝ ਅਜਿਹੀਆਂ ਪ੍ਰੋਵੀਜ਼ਨਸ ਵੀ ਰੱਖੀਆਂ ਗਈਆਂ ਨੇ ਜਿਨ੍ਹਾਂ ਨੂੰ ਕਿ ਆਪਾਂ ਅਮੈਂਡਡ ਕਰ ਸਕਦੇ ਹਾਂ ਬਾਏ ਦਾ ਸਿੰਪਲ ਮੈਜੋਰਟੀ ਆਫ ਪਾਰਲੀਮੈਂਟ। ਸਿੰਪਲ ਮੈਜੋਰਟੀ ਦੇ ਦੁਆਰਾ ਆਪਾਂ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਅਮੈਂਡਡ ਕਰ ਸਕਦੇ ਹਾਂ, ਪਰ ਜੋ ਇਹ ਅਮੈਂਡਮੈਂਟ ਹੁੰਦੀ ਹੈ ਇਸ ਨੂੰ ਆਰਟੀਕਲ 368 ਦੇ ਅੰਡਰ ਕਵਰ ਨਹੀਂ ਕੀਤਾ ਜਾਂਦਾ। ਤੇ ਜੋ ਇੰਡੀਆ ਦੇ ਵਿੱਚ ਗੌਰਮੈਂਟ ਹੈ ਉਹ ਹੈਗੀ ਆ ਪਾਰਲੀਮੈਂਟਰੀ ਗੌਰਮੈਂਟ, ਸੈਂਟਰ ਲੈਵਲ ਤੇ ਵੀ ਤੇ ਸਟੇਟ ਲੈਵਲ ਤੇ ਵੀ। ਤੇ ਇੰਡੀਆ ਦੇ ਵਿੱਚ ਜੋ ਪ੍ਰੈਜ਼ੀਡੈਂਟ ਹੁੰਦਾ ਉਹ ਹੈੱਡ ਹੁੰਦਾ ਯੂਨੀਅਨ ਆਫ ਇੰਡੀਆ ਦਾ, ਤੇ ਜੋ ਗਵਰਨਰ ਹੁੰਦਾ ਉਹ ਹੈੱਡ ਹੁੰਦਾ ਸਟੇਟ ਦਾ। ਪਰ ਇਹ ਦੋਨੋਂ ਹੀ ਐਕਟ ਕਰਦੇ ਨੇ ਔਨ ਦਾ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰਸ ਦੀ। ਇਸ ਤੋਂ ਇਲਾਵਾ ਇੰਡੀਆ ਦੇ ਕਨਸਟੀਟਿਊਸ਼ਨ ਦਾ ਜੋ ਅਨਦਰ ਫੀਚਰ ਹੈ ਉਹ ਹੈਗਾ ਸਿੰਗਲ ਇੰਡੀਪੈਂਡੈਂਟ ਜੁਡੀਸ਼ਰੀ, ਜਿਸ ਦੇ ਵਿੱਚ ਕਿ ਸੁਪਰੀਮ ਕੋਰਟ ਹੁੰਦਾ ਜੋ ਉਹ ਇੱਕ ਹਾਈਐਸਟ ਕੋਰਟ ਹੁੰਦਾ ਹੈ। ਤੇ ਇਸ ਤੋਂ ਇਲਾਵਾ ਜੋ ਇੰਡੀਆ ਦਾ ਸਟੇਟ ਹੈ ਉਹ ਇੱਕ ਸੈਕੂਲਰ ਸਟੇਟ ਹੈ। ਸੈਕੂਲਰ ਦਾ ਮਤਲਬ ਹੁੰਦਾ ਹੈ ਜਿਸ ਦੇ ਵਿੱਚ ਸਟੇਟ ਤੇ ਰਿਲੀਜਨ ਦੋਨਾਂ ਨੂੰ ਡਿਫਰੈਂਟ ਰੱਖਿਆ ਜਾਂਦਾ ਹੈ। ਤੇ ਸੈਕੂਲਰ ਸਟੇਟ ਦੇ ਜੋ ਪੀਪਲਸ ਹੁੰਦੇ ਨੇ ਉਹ ਆਪਣੀ ਮਨਮਰਜ਼ੀ ਦੇ ਨਾਲ ਕਿਸੇ ਵੀ ਧਰਮ ਨੂੰ ਫੋਲੋ ਕਰ ਸਕਦੇ ਨੇ, ਸਟੇਟ ਉਹਦੇ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ ਕਰਦਾ। ਤੇ ਜੋ ਅਨਦਰ ਫੀਚਰ ਹੈ ਇੰਡੀਆ ਦੇ ਕਨਸਟੀਟਿਊਸ਼ਨ ਦਾ ਉਹ ਹੈਗਾ ਯੂਨੀਵਰਸਲ ਅਡਲਟ ਫਰੈਂਚਾਈਜ਼। ਇਸ ਦਾ ਮਤਲਬ ਹੁੰਦਾ ਹੈ ਕਿ ਜੋ ਇੰਡੀਆ ਦੇ ਸਿਟੀਜ਼ਨ ਨੇ, ਚਾਹੇ ਉਹ ਮੈਨ ਹੈ, ਚਾਹੇ ਉਹ ਵੂਮੈਨ ਹੈ, ਚਾਹੇ ਉਹ ਐਜੂਕੇਟਿਡ ਹੈ, ਚਾਹੇ ਉਹ ਅਨਐਜੂਕੇਟਿਡ ਹੈ, ਜੇ ਉਸਦੀ ਉਮਰ 18 ਸਾਲ ਤੋਂ ਉੱਪਰ ਹੈ ਤਾਂ ਉਸ ਨੂੰ ਇੱਕ ਰਾਈਟ ਮਿਲ ਜਾਂਦਾ ਵੋਟ ਦਾ, ਤਾਂ ਉਹ ਆਪਣੀ ਮਨਮਰਜ਼ੀ ਦੇ ਨਾਲ ਕਿਸੇ ਨੂੰ ਵੀ ਵੋਟ ਕਰ ਸਕਦਾ ਹੈ। ਜੋ ਸਾਡੇ ਨੈਕਸਟ ਫੀਚਰ ਨੇ ਉਹ ਹੈਗੇ ਨੇ ਫੈਡਰਲ ਐਂਡ ਯੂਨਿਟਰੀ ਫੀਚਰ ਆਫ ਦਾ ਇੰਡੀਅਨ ਯੂਨੀਅਨ। ਜੋ ਸਾਡੇ ਇੰਡੀਆ ਦਾ ਕਨਸਟੀਟਿਊਸ਼ਨ ਹੈ ਉਸ ਦੇ ਵਿੱਚ ਫੈਡਰਲ ਫਾਰਮ ਆਫ ਗੌਰਮੈਂਟ ਦੇ ਫੀਚਰ ਵੀ ਨੇ ਤੇ ਯੂਨਿਟਰੀ ਫਾਰਮ ਆਫ ਗੌਰਮੈਂਟ ਦੇ ਫੀਚਰ ਵੀ ਨੇ। ਫੋਰ ਐਗਜ਼ਾਮਪਲ ਇੰਡੀਆ ਦੇ ਵਿੱਚ ਜੋ ਗੌਰਮੈਂਟ ਹੈ ਉਹ 2 ਤਰ੍ਹਾਂ ਦੀ ਹੁੰਦੀ ਹੈ, ਸੈਂਟਰ ਲੈਵਲ ਦੀ ਤੇ ਸਟੇਟ ਲੈਵਲ ਦੀ। ਜੇ ਤਾਂ ਪਾਵਰ ਦੀ ਡਿਵੀਜ਼ਨ ਸੈਂਟਰ ਤੇ ਸਟੇਟ ਦੋਨਾਂ ਦੇ ਵਿੱਚ ਹੋਈ ਹੋਵੇ ਤਾਂ ਉਸ ਨੂੰ ਕਿਹਾ ਜਾਂਦਾ ਹੈ ਫੈਡਰਲ ਫਾਰਮ ਆਫ ਗੌਰਮੈਂਟ। ਜੇ ਪਾਵਰ ਸਿਰਫ ਸੈਂਟਰ ਦੇ ਕੋਲ ਹੋਵੇ ਤਾਂ ਉਸ ਨੂੰ ਕਿਹਾ ਜਾਂਦਾ ਯੂਨਿਟਰੀ ਫਾਰਮ ਆਫ ਗੌਰਮੈਂਟ। ਵੈਸੇ ਤਾਂ ਨੋਰਮਲ ਸਿਚੁਏਸ਼ਨ ਦੇ ਵਿੱਚ ਜੋ ਇੰਡੀਆ ਦੇ ਵਿੱਚ ਗੌਰਮੈਂਟ ਹੁੰਦੀ ਹੈ ਉਹ ਫੈਡਰਲ ਫਾਰਮ ਆਫ ਗੌਰਮੈਂਟ ਹੀ ਹੁੰਦੀ ਹੈ, ਪਰ ਜਦੋਂ ਇੰਡੀਆ ਦੇ ਵਿੱਚ ਨੈਸ਼ਨਲ ਐਮਰਜੈਂਸੀ ਲੱਗਦੀ ਹੈ ਤਾਂ ਇਹ ਯੂਨਿਟਰੀ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਤੇ ਸਾਰੀ ਪਾਵਰ ਜੋ ਹੁੰਦੀਆਂ ਨੇ ਉਹ ਸੈਂਟਰ ਦੇ ਕੋਲ ਚਲੀਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਜੋ ਇੰਡੀਆ ਦੇ ਸਟੇਟ ਹੁੰਦੇ ਨੇ ਤੇ ਜੋ USA ਦੇ ਸਟੇਟ ਹੁੰਦੇ ਨੇ ਇਹ ਦੋਨੋਂ ਡਿਫਰੈਂਟ ਹੁੰਦੇ ਨੇ, ਕਿਉਂਕਿ ਜੋ USA ਦੇ ਵਿੱਚ ਸਟੇਟ ਹੁੰਦੇ ਨੇ ਉਹਨਾਂ ਦਾ ਐਗਰੀਮੈਂਟ ਹੋਇਆ ਹੁੰਦਾ ਯੂਨੀਅਨ ਦੇ ਨਾਲ, ਤੇ ਉਹ ਯੂਨੀਅਨ ਦੇ ਨਾਲੋਂ ਸੈਪਰੇਟ ਹੋ ਸਕਦੇ ਨੇ, ਇਹ ਰਾਈਟ ਉਹਨਾਂ ਕੋਲ ਹੁੰਦਾ ਹੈ। ਪਰ ਜੋ ਇੰਡੀਆ ਦੇ ਸਟੇਟ ਹੁੰਦੇ ਨੇ ਉਹ ਯੂਨੀਅਨ ਦੇ ਨਾਲੋਂ ਕਦੇ ਵੀ ਸੈਪਰੇਟ ਨਹੀਂ ਹੋ ਸਕਦੇ। ਤੇ ਜੋ ਇਸ ਦੇ ਫੈਡਰਲ ਫੀਚਰ ਨੇ ਉਹ ਹੈਗੇ ਨੇ 2 ਗੌਰਮੈਂਟ। ਇੰਡੀਆ ਦੇ ਵਿੱਚ
ਟੂ ਟਾਈਪ ਦੀ ਗਵਰਨਮੈਂਟ ਹੁੰਦੀ ਹੈ, ਸੈਂਟਰ ਲੈਵਲ ਦੀ ਤੇ ਸਟੇਟ ਲੈਵਲ ਦੀ। ਤੇ ਡਿਸਟ੍ਰੀਬਿਊਸ਼ਨ ਆਫ ਪਾਵਰ ਬਿਟਵੀਨ ਯੂਨੀਅਨ ਐਂਡ ਸਟੇਟ, ਜੋ ਡਿਸਟ੍ਰੀਬਿਊਸ਼ਨ ਹੋਈ ਹੁੰਦੀ ਹੈ ਪਾਵਰ ਦੀ ਉਹ ਸਟੇਟ ਤੇ ਯੂਨੀਅਨ ਦੋਨਾਂ ਦੇ ਵਿੱਚ ਹੋਈ ਹੁੰਦੀ ਹੈ। ਰਿਟਨ ਕੌਨਸਟੀਟਿਊਸ਼ਨ, ਕਿਉਂਕਿ ਇੰਡੀਆ ਦੇ ਵਿੱਚ ਜੋ ਕੌਨਸਟੀਟਿਊਸ਼ਨ ਹੈ ਉਹ ਇੱਕ ਹੀ ਹੈ, ਸੈਂਟਰ ਦੇ ਲਈ ਵੀ ਉਹੀ ਹੈ ਤੇ ਸਟੇਟ ਦੇ ਲਈ ਵੀ ਉਹੀ ਹੈ। ਇੰਡੀਪੈਂਡੈਂਟ ਜੁਡੀਸ਼ਰੀ ਐਜ਼ ਅਦਰ ਫੈਡਰਲ ਸਟੇਟ, ਜਿਵੇਂ ਹੋਰ ਫੈਡਰਲ ਸਟੇਟ ਦੇ ਵਿੱਚ ਇੰਡੀਪੈਂਡੈਂਟ ਜੁਡੀਸ਼ਰੀ ਹੈ, ਉਵੇਂ ਇੰਡੀਆ ਦੇ ਵਿੱਚ ਜਿਹੜੀ ਜੁਡੀਸ਼ਰੀ ਹੈ ਉਹ ਇੰਡੀਪੈਂਡੈਂਟ ਹੀ ਹੈ। ਬਾਏ ਕੈਮਰਲਿਜ਼ਮ, ਜਿਵੇਂ ਸੈਂਟਰ ਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦੋ ਹਾਊਸ ਹੁੰਦੇ ਨੇ, ਉਵੇਂ ਹੀ ਕੁਝ ਸਟੇਟ ਦੇ ਵਿੱਚ ਦੋ ਹਾਊਸ ਹੀ ਨੇ, ਲੈਜਿਸਲੇਟਿਵ ਅਸੈਂਬਲੀ ਤੇ ਲੈਜਿਸਲੇਟਿਵ ਕੌਂਸਲ। ਤੇ ਇਸ ਤੋਂ ਇਲਾਵਾ ਜੋ ਇਹਦੇ ਯੂਨਿਟਰੀ ਫੀਚਰ ਨੇ ਉਹ ਹੈਗੇ ਨੇ ਸਟਰੋਂਗ ਸੈਂਟਰ, ਕਿਉਂਕਿ ਇੰਡੀਆ ਦੇ ਵਿੱਚ ਜੋ ਸੈਂਟਰ ਹੈ ਉਹ ਸਟਰੋਂਗ ਹੈ ਜੇ ਆਪਾਂ ਕੰਪੇਅਰ ਕਰੀਏ ਸਟੇਟ ਦੇ ਨਾਲ। ਸਿੰਗਲ ਸਿਟੀਜ਼ਨਸ਼ਿਪ, ਜੋ ਇੰਡੀਆ ਦੇ ਵਿੱਚ ਸਿਟੀਜ਼ਨਸ਼ਿਪ ਹੈ ਉਹ ਸਿੰਗਲ ਹੈ, ਕਿਉਂਕਿ ਆਪਾਂ ਨੂੰ ਸਟੇਟ ਦੀ ਕੋਈ ਵੀ ਸਿਟੀਜ਼ਨਸ਼ਿਪ ਨਹੀਂ ਮਿਲਦੀ। ਮੋਸਟ ਇੰਪੋਰਟੈਂਟ ਸਬਜੈਕਟਸ ਆਰ ਇਨਕਲੂਡਿਡ ਇਨ ਦਾ ਯੂਨੀਅਨ ਲਿਸਟ, ਜੋ ਇੰਪੋਰਟੈਂਟ ਸਬਜੈਕਟ ਨੇ ਉਹ ਇਨਕਲੂਡ ਕੀਤੇ ਹੋਏ ਨੇ ਯੂਨੀਅਨ ਲਿਸਟ ਦੇ ਵਿੱਚ। ਤਾਂ ਇਸ ਦੇ ਵਿੱਚ ਆਪਾਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਸੈਂਟਰ ਸਟਰੋਂਗ ਹੈ ਤੇ ਰੈਜ਼ੀਡਿਊਰੀ ਪਾਵਰ ਬਿਲੋਂਗ ਟੂ ਦਾ ਸੈਂਟਰ, ਜੋ ਰੈਜ਼ੀਡਿਊਰੀ ਪਾਵਰ ਹੁੰਦੀ ਹੈ ਉਹ ਸੈਂਟਰ ਦੇ ਕੋਲ ਹੈ। ਨੈਸ਼ਨਲ ਐਮਰਜੈਂਸੀ ਜਦੋਂ ਲੱਗਦੀ ਹੈ ਤੇ ਜੋ ਇਹਦਾ ਫੈਡਰਲ ਸਿਸਟਮ ਹੁੰਦਾ ਉਹ ਕਨਵਰਟ ਹੋ ਜਾਂਦਾ ਯੂਨਿਟਰੀ ਦੇ ਵਿੱਚ, ਤੇ ਸਾਰੀ ਪਾਵਰ ਜੋ ਹੁੰਦੀਆਂ ਉਹ ਸਟੇਟ ਦੀਆਂ ਸੈਂਟਰ ਦੇ ਕੋਲ ਚਲੀਆਂ ਜਾਂਦੀਆਂ ਨੇ। ਤੇ ਜੋ ਗਵਰਨਰ ਹੁੰਦੇ ਨੇ ਸਟੇਟ ਦੇ ਉਹ ਵੀ ਅਪੋਇੰਟਡ ਕੀਤੇ ਜਾਂਦੇ ਨੇ ਪ੍ਰੈਜ਼ੀਡੈਂਟ ਦੇ ਦੁਆਰਾ, ਤੇ ਜੋ ਪ੍ਰੈਜ਼ੀਡੈਂਟ ਹੁੰਦਾ ਇਹ ਸੈਂਟਰ ਦਾ ਹੁੰਦਾ ਹੈ।